ਸਤਿ ਸ੍ਰੀ ਅਕਾਲ ਜੀ। ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਸਰਕਾਰ ਕਿਸਾਨਾਂ ਦੇ ਵਿਰੁੱਧ ਬਿੱਲ ਪਾਸ ਕਰਨ ਜਾ ਰਹੀ ਹੈ ਉਹਨਾਂ ਤਿੰਨਾਂ ਬਿੱਲਾਂ ਬਾਰੇ। ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਆਪਾਂ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਬਿੱਲਾਂ ਦਾ ਕਿਸਾਨ ਨੂੰ ਭਵਿੱਖ ਵਿੱਚ ਕੀ ਨੁਕਸਾਨ ਹੈ। ਪਹਿਲਾ ਬਿੱਲ ਆ ਜੀ ਦਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਬਿੱਲ 2020 ਸੀਕਸ ਟੂ ਪ੍ਰੋਵਾਈਡ ਫॉर ਦਾ ਕ੍ਰੀਏਸ਼ਨ ਆਫ ਐਨ ਇਕੋਸਿਸਟਮ, ਜਿਸ ਦਾ ਮਤਲਬ ਆ ਜੀ ਸਰਕਾਰ ਕਿਸਾਨਾਂ ਲਈ ਫ੍ਰੀ ਮਾਰਕੀਟ ਲੈ ਕੇ ਆ ਰਹੀ ਆ। ਮਤਲਬ ਕਿਸਾਨ ਹੁਣ ਆਪਣੀ ਫਸਲ APMC ਤੋਂ ਇਲਾਵਾ ਮਤਲਬ ਆਪਣੀ ਲੋਕਲ ਮੰਡੀ ਤੋਂ ਇਲਾਵਾ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਆਪਣੀ ਫਸਲ ਵੇਚ ਸਕਦਾ ਵਾ। ਅਤੇ ਹੁਣ ਖਰੀਦਦਾਰੀਆਂ ਦੀ ਲਿਸਟ ਦੇ ਵਿੱਚ ਆੜ੍ਹਤੀਆਂ ਦੇ ਨਾਲ ਪ੍ਰਾਈਵੇਟ ਸੈਕਟਰ ਦੇ ਉਦਯੋਗਪਤੀ ਵੀ ਆ ਰਹੇ ਆ, ਉਹ ਵੀ ਖਰੀਦ ਸਕਦੇ ਆ ਕਿਸਾਨ ਦੀ ਫਸਲ, ਲੇਕਿਨ ਆਪਣੀ ਮਰਜ਼ੀ ਦੇ ਰੇਟ ਦੇ ਹਿਸਾਬ ਦੇ ਨਾਲ। ਸੋਚਣ ਵਾਲੀ ਗੱਲ ਇਹ ਹੈ ਕਿ ਆਪਣੇ ਦੇਸ਼ ਵਿੱਚ ਆਪਾਂ ਜੇ ਲਗਾਈਏ ਤਾਂ 86.21% ਸਿਰਫ ਛੋਟੇ ਕਿਸਾਨ ਆ ਜਿਨ੍ਹਾਂ ਕੋਲ ਸਿਰਫ 2 ਤੋਂ 5 ਕਿੱਲੇ ਜ਼ਮੀਨ ਆ। ਹੁਣ 2 ਤੋਂ 5 ਕਿੱਲੇ ਵਾਲਾ ਜ਼ਮੀਨ ਵਾਲਾ ਕਿਸਾਨ ਆਪਣੀ ਫਸਲ ਨੂੰ ਹੁਣ ਇੰਨੀ ਦੂਰ ਲੈ ਕੇ ਜਾਣ ਦਾ ਉਸਨੂੰ ਕੀ ਫਾਇਦਾ ਹੋਵੇਗਾ। ਦੇਖਿਆ ਜਾਵੇ ਤਾਂ ਇਹ ਬਿੱਲ ਦੇ ਰਿਲੇਟਡ ਆਪਣੇ ਕੋਲ ਕਈ ਉਦਾਹਰਨਾਂ ਵੀ ਹਨ। ਇਹ ਸੇਮ ਬਿੱਲ ਪਹਿਲਾਂ 2006 ਦੇ ਵਿੱਚ ਸਰਕਾਰ ਬਿਹਾਰ ਦੇ ਵਿੱਚ ਇਹ ਬਿੱਲ ਲਾਗੂ ਕਰ ਚੁੱਕੀ ਆ ਅਤੇ ਇਹ ਬਿੱਲ ਉੱਥੇ ਬਿਲਕੁਲ ਫਲੋਪ ਹੋਇਆ ਵਾ। ਛੋਟਾ ਕਿਸਾਨ ਬਿਲਕੁਲ ਉੱਥੇ ਖਤਮ ਹੋ ਗਿਆ ਵਾ ਅਤੇ ਜੋ ਵੱਡੇ ਕਿਸਾਨ ਆ ਉਹ ਆਪਣੀਆਂ ਫਸਲਾਂ ਵੇਚਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਆ ਰਹੇ ਨੇ। ਅਤੇ ਇਹ ਬਿੱਲ ਬਾਹਰ ਵਾਲੀਆਂ ਕੰਟਰੀਆਂ ਦੇ ਵਿੱਚ ਵੀ ਫਲੋਪ ਆ, ਬਿਲਕੁਲ USA ਅਤੇ ਅਮਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ। ਸਿਰਫ ਇਹ ਯੂਰਪ ਦੇ ਵਿੱਚ ਕਾਮਯਾਬ ਹੋਇਆ ਕਿਉਂਕਿ ਉੱਥੋਂ ਦੇ ਗੌਰਮੈਂਟ ਉਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਬਸਿਡੀ ਦਿੰਦੀ ਆ, ਇਸ ਲਈ ਉੱਥੇ ਸਿਰਫ ਇਹ ਕਾਮਯਾਬ ਹੋਇਆ। ਦੂਜੇ ਨੰਬਰ ਵਾਲਾ ਬਿੱਲ ਆ ਜੀ ਦਾ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵ ਬਿੱਲ 2020। ਮਤਲਬ ਜੋ ਪ੍ਰਾਈਵੇਟ ਖਰੀਦਦਾਰ ਆ ਉਹ ਕਿਸਾਨ ਦੀ ਫਸਲ ਪੱਕਣ ਤੋਂ ਪਹਿਲਾਂ ਹੀ ਉਸ ਦੇ ਨਾਲ ਐਗਰੀਮੈਂਟ ਕਰ ਲੈਣਗੇ ਕਿ ਅਸੀਂ ਤੇਰੀ ਫਸਲ ਇੰਨੇ ਰੇਟ 'ਤੇ ਖਰੀਦਾਂਗੇ। ਹੁਣ ਉਦਾਹਰਨ ਦੇ ਤੌਰ 'ਤੇ ਜੇਕਰ ਉਹ 20 ਰੁਪਏ ਦੇ ਹਿਸਾਬ ਦੇ ਨਾਲ ਐਗਰੀਮੈਂਟ ਕਰਦੇ ਆ ਅਤੇ ਜਦੋਂ ਕਿਸਾਨ ਦੀ ਫਸਲ ਪੱਕਦੀ ਆ ਅਤੇ ਜੇ 25 ਰੁਪਏ ਰੇਟ ਹੋਇਆ ਉਸ ਟਾਈਮ 'ਤੇ ਉਹ ਸਿਰਫ ਕਿਸਾਨ ਨੂੰ 20 ਰੁਪਏ ਦੇ ਹਿਸਾਬ ਦੇ ਨਾਲ ਹੀ ਰੇਟ ਦੇਣਗੇ। ਅਤੇ ਜੇਕਰ ਮੰਨ ਲਓ ਵੀ 15 ਰੁਪਏ ਰੇਟ ਘੱਟ ਗਿਆ ਅਤੇ ਫਿਰ ਉਹ ਕਈ ਬਹਾਨੇ ਲਾ ਸਕਦੇ ਜੋ ਪ੍ਰਾਈਵੇਟ ਆੜ੍ਹਤੀ ਵੀ ਜੇ ਇਹ ਫਸਲ ਦਾ ਦਾਣਾ ਸਹੀ ਨਹੀਂ ਆ ਜਾਂ ਫਸਲ ਦੇ ਵਿੱਚ ਕੋਈ ਖਰਾਬੀ ਆ ਅਤੇ ਉਸ ਨੂੰ ਆਪਣੀ ਮਨਮਰਜ਼ੀ ਦੇ ਹਿਸਾਬ ਦੇ ਨਾਲ ਪੈਸੇ ਦੇਣਗੇ। ਇਸ ਦੇ ਨਾਲ ਜੀ ਜੋ ਪ੍ਰਾਈਵੇਟ ਕੰਪਨੀਆਂ ਉਹ ਕਿਸਾਨ ਦੀ ਜ਼ਮੀਨ ਜੋ ਠੇਕੇ 'ਤੇ ਵੀ ਲੈਣਗੇ ਐਗਰੀਮੈਂਟ ਕਰਕੇ 5 ਜਾਂ 10 ਸਾਲ ਦਾ ਐਗਰੀਮੈਂਟ ਕਰਕੇ। ਅਤੇ ਮੰਨ ਲਓ ਜੇਕਰ ਕੁਝ ਫਸਲ ਦਾ ਨੁਕਸਾਨ ਹੁੰਦਾ ਅਤੇ ਉਹ ਜੋ ਕਿਸਾਨ ਨੂੰ ਉਸਦਾ ਠੇਕਾ ਵਾ ਉਹ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਦੇਣਗੇ ਅਤੇ ਫਿਰ ਕਿਸਾਨ ਆਪਣੀ ਜ਼ਮੀਨ ਵਾਪਸ ਵੀ ਨਹੀਂ ਲੈ ਸਕਦਾ ਕਿਉਂਕਿ ਉਹ ਐਗਰੀਮੈਂਟ ਦੇ ਹਿਸਾਬ ਦੇ ਨਾਲ ਜਦੋਂ ਐਗਰੀਮੈਂਟ ਖਤਮ ਹੋਵੇਗਾ ਤਾਂ ਫਿਰ ਹੀ ਉਹ ਆਪਣੀ ਜ਼ਮੀਨ ਵਾਪਸ ਲੈ ਸਕਦਾ ਵਾ। ਅਤੇ ਇਸ ਲਈ ਜੇਕਰ ਉਹ ਕੋਈ ਸ਼ਿਕਾਇਤ ਕਰਨ ਲਈ ਕਿਸਾਨ ਕਿਤੇ ਜਾਂਦਾ ਵੀ ਆ ਤਾਂ ਸਿਰਫ DC ਲੈਵਲ 'ਤੇ ਜਾਂ SDM ਤੱਕ ਹੀ ਉਹ ਆਪਣੀ ਸ਼ਿਕਾਇਤ ਕਰ ਸਕਦਾ ਵਾ ਅਤੇ ਉਸ ਨੂੰ ਕਿਸੇ ਵੀ ਅਦਾਲਤ ਦੇ ਵਿੱਚ ਜਾਣ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ। ਤੀਸਰਾ ਬਿੱਲ ਹੈ ਜੀ ਦਾ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਆਰਡੀਨੈਂਸ 2020। ਮਤਲਬ ਇਹ ਜਿਹੜਾ ਬਿੱਲ ਸੀ 1955 ਵਿੱਚ ਪਾਸ ਕੀਤਾ ਗਿਆ ਸੀ ਕਿਉਂਕਿ ਉਸ ਸਮੇਂ ਆਪਣੇ ਦੇਸ਼ ਦੀ ਪੈਦਾਵਾਰ ਬਹੁਤ ਘੱਟ ਸੀ ਅਤੇ ਜੋ ਅਨਾਜ ਸੀ ਉਹ ਅਮਰੀਕਾ ਵਰਗੀਆਂ ਕੰਟਰੀਆਂ ਤੋਂ ਮੰਗਾਇਆ ਜਾਂਦਾ ਸੀ। ਇਸ ਲਈ ਸਰਕਾਰ ਨੇ ਇਹ ਬਿੱਲ ਪਾਸ ਕੀਤਾ ਸੀ ਤਾਂ ਜੋ ਵਪਾਰੀ ਆ ਉਹ ਜੋ ਅਨਾਜ ਆ ਉਹ ਸਟੋਰ ਨਾ ਕਰ ਸਕਣ ਅਤੇ ਜੋ ਜਨਤਾ ਨੂੰ ਸਸਤੇ ਰੇਟਾਂ 'ਤੇ ਸਾਰਾ ਅਨਾਜ ਮਿਲ ਸਕੇ। ਅਤੇ ਹੁਣ ਜੋ ਸਰਕਾਰ ਆ ਇਹ ਬਿੱਲ ਖਤਮ ਕਰਨ ਜਾ ਰਹੀ ਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਹੁਣ ਜੋ ਪੈਦਾਵਾਰ ਵਾ ਅਨਾਜ ਦੀ ਪਹਿਲਾਂ ਨਾਲੋਂ 20 ਗੁਣਾ ਦੁੱਗਣੀ ਹੋ ਚੁੱਕੀ ਆ ਅਤੇ ਹੁਣ ਉਹਨਾਂ ਨੂੰ ਇਸ ਬਿੱਲ ਦੀ ਜ਼ਰੂਰਤ ਨਹੀਂ ਆ ਅਤੇ ਵਪਾਰੀ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਜੋ ਵੀ ਅਨਾਜ ਆਲੂ ਪਿਆਜ਼ ਆ ਉਸ ਨੂੰ ਸਟੋਰ ਕਰ ਸਕਦੇ ਆ। ਇਸ ਤਰ੍ਹਾਂ ਪ੍ਰਾਈਵੇਟ ਖਰੀਦਦਾਰ ਕਿਸਾਨਾਂ ਦੀਆਂ ਫਸਲਾਂ ਸਸਤੇ ਰੇਟਾਂ 'ਤੇ ਖਰੀਦਣਗੇ ਅਤੇ ਉਹਨਾਂ ਨੂੰ ਸਟੋਰ ਕਰਨ ਤੋਂ ਬਾਅਦ ਵਿੱਚ ਫਸਲਾਂ ਨੂੰ ਮਹਿੰਗੇ ਰੇਟ 'ਤੇ ਵੇਚਣਗੇ। ਇਸ ਦੀ ਸਭ ਤੋਂ ਵੱਡੀ ਉਦਾਹਰਨ ਆ ਪਿਆਜ਼, ਜੋ ਕਿ ਜਿਨ੍ਹਾਂ ਸਟੇਟਾਂ ਵਿੱਚ ਪਿਆਜ਼ ਦੀ ਪੈਦਾਵਾਰ ਜ਼ਿਆਦਾ ਆ ਉੱਥੇ ਪ੍ਰਾਈਵੇਟ ਖਰੀਦਦਾਰ ਖਰੀਦ ਕੇ ਬਾਅਦ ਵਿੱਚ ਉਸ ਨੂੰ ਦੂਜੀਆਂ ਸਟੇਟਾਂ ਦੇ ਵਿੱਚ ਮਹਿੰਗੇ ਰੇਟਾਂ 'ਤੇ ਵੇਚਦੇ ਆ। ਸੋ ਇਸ ਐਕਟ ਦੇ ਨਾਲ ਕਾਲਾ ਬਾਜ਼ਾਰੀ ਬਹੁਤ ਜ਼ਿਆਦਾ ਵਧੇਗੀ। ਸੋ ਸਾਫ਼ ਤੌਰ 'ਤੇ ਇਹਨਾਂ ਤਿੰਨਾਂ ਬਿੱਲਾਂ ਦਾ ਕਿਸਾਨੀ ਉੱਤੇ ਬਹੁਤ ਜ਼ਿਆਦਾ ਨੁਕਸਾਨ ਹੈ ਅਤੇ ਇਸ ਦਾ ਸਿੱਧਾ ਅਸਰ ਆਮ ਜਨਤਾ 'ਤੇ ਵੀ ਪਵੇਗਾ। ਸੋ ਸਾਨੂੰ ਸਾਰਿਆਂ ਨੂੰ ਇਹਨਾਂ ਬਿੱਲਾਂ ਦੇ ਖਿਲਾਫ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ।